TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਕੁਝ ਅਹਿਮ ਖਬਰਾਂ, ਕੁਝ ਅਹਿਮ ਘਟਨਾਵਾਂ ਨੂੰ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਕਰੀਏ। ਬਾਦਲ ਪਿਓ ਪੁੱਤ ਦੋਵੇਂ ਪੰਥ ਵਿੱਚੋਂ ਖਾਰਜ ਕਰਨ ਦੀ ਉੱਠੀ ਮੰਗ। ਕਿਸਾਨਾਂ ਦੇ ਮੁੱਦੇ ਤੇ ਮੋਦੀ ਨਾਲ ਹੋਈ ਸੀ ਲੜਾਈ, ਮਲਕ ਦਾ ਕਹਿਣਾ। ਲਖੀਮਪੁਰ ਖੀਰੀ ਮਾਮਲੇ ਵਿੱਚ 88 ਦਿਨਾਂ ਬਾਅਦ ਚਾਰਜਸ਼ੀਟ ਦਾਇਰ। ਪੰਜਾਬ ਵਿੱਚ ਜਨਮ ਲੈਂਦੇ ਸਾਰੀ ਬੱਚੇ ਸਿਰ ਚੜ ਜਾਂਦਾ ਹੈ 1 ਲੱਖ ਰੁਪਏ ਦਾ ਕਰਜ਼। ਅਤੇ ਹੁਣ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਦੂਲੋ ਨੇ ਖੋਲ੍ਹਿਆ ਆਪਣੀ ਸਰਕਾਰ ਦੇ ਖਿਲਾਫ ਮੋਰਚਾ। ਦੋਸਤੋ, ਇਹ ਕੁਝ ਜਾਣਕਾਰੀਆਂ, ਇਹ ਕੁਝ ਖਬਰਾਂ ਅਤੇ ਇਸ ਦੇ ਇਲਾਵਾ ਵੀ ਕੁਝ ਹੋਰ ਪ੍ਰੋਗਰਾਮ ਦੌਰਾਨ ਸ਼ਾਮਲ ਰਹੇਗਾ। ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਇਸ ਤੋਂ ਪਹਿਲਾਂ ਕਿ ਵਿਸਥਾਰ ਵੱਲ ਵਧਾਂ, ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਦੂਸਰੀ ਬੇਨਤੀ ਇਹ ਕਿ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਲਿਖਣੇ, ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਸਭ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਦੇ ਵਾਲੇ ਪਾਸਿਓਂ ਹੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪੰਜਾਬ ਦੇ ਉਪ ਮੁੱਖ ਮੰਤਰੀ ਵੀ ਨੇ ਅਤੇ ਪੰਜਾਬ ਦੇ ਗ੍ਰਹਿ ਮੰਤਰੀ ਵੀ ਨੇ ਇਸ ਵਕਤ ਸੁਖਜਿੰਦਰ ਸਿੰਘ ਰੰਧਾਵਾ। ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਦਰਅਸਲ ਬਹੁਤ ਕਰਾਰੇ ਹੱਥੀਂ ਲਿਆ ਬਾਦਲਾਂ ਨੂੰ, ਬਾਦਲ ਪਰਿਵਾਰ ਨੂੰ। ਉਹਦਾ ਕਾਰਨ ਵੀ ਉਹਨਾਂ ਨੇ ਨਾਲ ਦੱਸਿਆ, ਕਿਉਂਕਿ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਇੱਕ ਰੋਸ ਦਿਵਸ ਮਨਾਇਆ ਗਿਆ ਤੇ ਬਾਦਲਾਂ ਦੀ ਅਗਵਾਈ ਦੇ ਹੇਠ ਮਨਾਇਆ ਗਿਆ ਤੇ ਉੱਥੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਮੌਜੂਦਗੀ ਸੀ, ਜਿਸ ਨੂੰ ਲੈ ਕੇ ਉਹਨਾਂ ਨੇ ਇਤਰਾਜ਼ ਪ੍ਰਗਟ ਕੀਤਾ ਹੈ। ਉਹਨਾਂ ਨੇ ਕਈ ਸਵਾਲ ਚੁੱਕੇ ਨੇ। ਉਹਨਾਂ ਨੇ ਇੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਮ ਚਿੱਠੀ ਲਿਖ ਦਿੱਤੀ ਹੈ। ਚਿੱਠੀ ਲਿਖਿਆ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ। ਚਿੱਠੀ ਦੇ ਵਿੱਚ ਰੰਧਾਵਾ ਨੇ ਲਿਖਿਆ ਕਿ ਮੇਰੇ ਦਿਲ ਨੂੰ, ਮੇਰੇ ਹਿਰਦੇ ਨੂੰ ਠੇਸ ਲੱਗੀ ਹੈ, ਪਰ ਜੋ ਤੁਹਾਡੇ ਵੱਲੋਂ ਅਪੀਲ ਰਾਹੀਂ ਬਾਦਲ ਦਲ ਨੂੰ ਤਕੜਾ ਕਰਨ ਦੀ ਗੱਲ ਆਖੀ ਗਈ ਹੈ, ਉਹਦੇ ਨਾਲ ਆਮ ਸਿੱਖ ਸੰਗਤ ਦੇ ਹਿਰਦੇ ਵੀ ਵਲੂੰਧਰੇ ਗਏ ਆ। ਬਾਦਲ ਦਲ ਨੇ, ਉਹ ਕਹਿੰਦੇ, ਆਪਣੇ ਆਪ ਨੂੰ ਪੰਥ ਅਤੇ ਪੰਥਕ ਹੋਣ ਤੋਂ 1996 ਦੀ ਮੋਗਾ ਕਾਨਫਰੰਸ ਵੇਲੇ ਅਤੇ ਬਾਅਦ ਵਿੱਚ ਭਾਰਤੀ ਚੋਣ ਕਮਿਸ਼ਨ ਦੇ ਕੋਲ ਸੰਵਿਧਾਨ ਪੇਸ਼ ਕਰਕੇ ਵੱਖਰਾ ਕਰ ਲਿਆ ਸੀ। ਉਹਨਾਂ ਨੇ ਨਾਲ ਹਵਾਲਾ ਦਿੱਤਾ, ਕਹਿੰਦੇ ਇਸੇ ਮੁਤਲਕ ਹੁਸ਼ਿਆਰਪੁਰ ਦੀ ਅਦਾਲਤ ਦੇ ਵਿੱਚ ਬਾਦਲਕਿਆਂ ਦੇ ਖਿਲਾਫ ਕਈ ਵਾਰ ਵਾਰੰਟ ਨਿਕਲੇ ਹੋਏ ਨੇ। ਸੁਖਬੀਰ ਬਾਦਲ ਅਤੇ ਡਾਕਟਰ ਦਲਜੀਤ ਚੀਮਾ ਪੇਸ਼ ਹੋ ਚੁੱਕੇ ਨੇ। ਪ੍ਰਕਾਸ਼ ਸਿੰਘ ਬਾਦਲ ਕਈ ਪੇਸ਼ੀਆਂ ਤੇ ਪੇਸ਼ ਨਹੀਂ ਹੋਏ। ਉਹ ਕਹਿੰਦੇ ਤੁਸੀਂ ਇਹਨਾਂ ਨੂੰ ਹਦਾਇਤ ਕਰੋ ਕਿ ਉਹ ਅਦਾਲਤ ਵਿੱਚ ਜਾ ਕੇ ਆਪਣਾ ਪੱਖ ਰੱਖਣ, ਉਹ ਦੱਸਣ ਕਿ ਕੀ ਉਹ ਸੱਚਮੁੱਚ ਪੰਥਕ ਨੇ ਜਾਂ ਫਿਰ ਨਹੀਂ। ਇਸ ਗੱਲ ਦਾ ਨਿਬੇੜਾ ਹੋਣਾ ਚਾਹੀਦਾ। ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਿਹੜੀ ਚਿੱਠੀ ਲਿਖੀ ਹੈ, ਚਿੱਠੀ ਦੇ ਵਿੱਚ ਲਿਖਿਆ ਹੈ ਕਿ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਆਪ ਜੀ ਦੀ ਮੌਜੂਦਗੀ ਵਿੱਚ ਤਕਰੀਰਾਂ ਹੋਈਆਂ। ਉਹ ਕਹਿੰਦੇ ਉਹਨਾਂ ਤਕਰੀਰਾਂ ਦੇ ਵਿੱਚ ਜਿੱਥੇ ਪੰਥ ਨੂੰ ਮਸੰਦਾਂ ਦੇ ਵੱਲੋਂ ਕਬਜ਼ੇ ਤੋਂ ਸੁਚੇਤ ਕੀਤਾ ਗਿਆ ਕਿ ਭਾਈ ਮਸੰਦ ਤੁਹਾਡੇ ਤੇ ਕਬਜ਼ਾ ਨਾ ਕਰ ਲੈਣ, ਪਰ ਉੱਥੇ ਮਸੰਦ ਤੱਕ ਦੇ ਵਿੱਚ ਬੈਠੇ ਸੀ। ਕਹਿੰਦੇ ਸਵਾਲ ਇਹ ਹੈ ਕਿ ਬੀਤੇ ਸਮੇਂ ਦੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਉੱਪਰ ਕਾਬਜ਼ ਕਿਹੜੇ-ਕਿਹੜੇ ਮਸੰਦ ਰਹੇ, ਕਿਹਨਾਂ ਨੇ ਜਾਮੇ ਇੰਸਾ ਦੇ ਵਿੱਚ ਸ਼ਾਮਲ ਡੇਰੇਦਾਰਾਂ ਦੇ ਨਾਲ ਸਾਂਝਾਂ ਪੁਗਾਈਆਂ, ਕਿਹਨਾਂ ਨੇ ਉਸ ਡੇਰੇਦਾਰ ਨੂੰ ਬਠਿੰਡਾ ਕੇਸ ਦੇ ਵਿੱਚੋਂ ਖਾਰਜ ਕਰਵਾਇਆ, ਕਿਹਨਾਂ ਨੇ ਫਿਰ ਹੁਕਮਨਾਮਾ ਜਾਰੀ ਕਰਵਾਇਆ, ਹੁਕਮਨਾਮੇ ਦੀ ਇੱਕ ਉਲੰਘਣਾ ਵੀ ਹੋਈ ਤੇ ਉਹਦੇ ਡੇਰੇ 'ਚ ਜਾ ਕੇ ਵੋਟਾਂ ਕਿਹਨੇ ਮੰਗੀਆਂ। ਤੇ ਫਿਰ ਇਹ ਸਾਰੇ ਕਾਸ ਤੋਂ ਉਤਸ਼ਾਹਤ ਹੋ ਕੇ ਡੇਰੇਦਾਰਾਂ ਨੇ ਫਿਲਮਾਂ ਵੀ ਚਲਵਾਈਆਂ, ਇਹਨਾਂ ਨੇ ਉਹਨਾਂ ਦੀ ਪੁਸ਼ਟ ਪਨਾਹੀ ਵੀ ਕੀਤੀ। ਸਾਲ 2015 ਦੇ ਵਿੱਚ ਹਿਰਦੇ ਵੇਦਕ ਤਰੀਕੇ ਨਾਲ ਬਰਗਾੜੀ ਵਰਗੀਆਂ ਬੇਅਦਬੀ ਦੀਆਂ ਘਟਨਾਵਾਂ ਵੀ ਵਾਪਰੀਆਂ। ਉਹਨਾਂ ਨੇ ਲਿਖਿਆ ਕਿ ਉਸ ਸਮੇਂ ਇਹ ਦੱਸਿਆ ਜਾਵੇ ਕਿ ਜਥੇਦਾਰਾਂ ਤੋਂ ਮਜਬੂਰ ਕਰਕੇ ਸੌਦਾ ਸਾਧ ਨੂੰ ਮੁਆਫੀ ਕਿਹਨੇ ਦਵਾਈ। ਉਹਦੇ ਤੋਂ ਬਾਅਦ ਉਸ ਮੁਆਫੀ ਨੂੰ ਸਹੀ ਠਹਿਰਾਉਣ ਦੇ ਵਾਸਤੇ ਗੁਰੂ ਜੀ ਗੋਰਖ ਦੇ ਕਰੋੜਾਂ ਰੁਪਏ ਖਰਚ ਕੇ ਇਸ਼ਤਿਹਾਰ ਵੀ ਦਿੱਤੇ। ਉਹਨਾਂ ਇਹ ਵੀ ਲਿਖਿਆ ਹੈ ਕਿ ਉਸ ਸਮੇਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਭਾਵ ਪਿਓ ਪੁੱਤ ਨਾਲੋਂ ਵੱਡਾ ਕੋਈ ਮਸੰਦ ਨਹੀਂ। ਰੰਧਾਵਾ ਨੇ ਇਸ ਚਿੱਠੀ ਦੇ ਅਖੀਰ ਵਿੱਚ ਲਿਖਿਆ ਕਿ ਸਾਡੀ ਸਰਕਾਰ ਦੇ ਸਮੇਂ ਸਿੱਟ ਰਾਹੀਂ ਬੇਅਦਬੀਆਂ ਦੀ ਜਾਂਚ ਜਾਰੀ ਰੱਖੀ ਗਈ। ਸਾਲ 2018 ਵਿੱਚ ਬਰਗਾੜੀ ਬੇਅਦਬੀ ਦੇ ਦੋਸ਼ੀਆਂ ਨੂੰ ਫੜਿਆ ਗਿਆ। ਉਹਨਾਂ ਦੇ ਸਾਜ਼ਿਸ਼ਕਰਤਾਵਾਂ ਨੂੰ ਨੱਥ ਪਾਈ ਗਈ।
ਇਸ ਦੇ ਬਾਰੇ ਰਣਬੀਰ ਸਿੰਘ ਖੱਟੜਾ ਜੋ ਸਿੱਟ ਦੇ ਉਸ ਸਮੇਂ ਮੁਖੀ ਸਨ, ਆਪ ਜੀ ਨੂੰ ਸਿੱਖ ਸੰਗਤ ਤੇ ਵਿਦਵਾਨਾਂ ਦੇ ਇਕੱਠ ਵਿੱਚ ਸ਼ਾਮਲ ਹੋ ਕੇ ਦੱਸ ਚੁੱਕੇ ਹੈ। ਰੰਧਾਵਾ ਜੀ ਨੇ ਜਥੇਦਾਰ ਸਾਹਿਬ ਤੋਂ ਮੰਗ ਕੀਤੀ ਹੈ ਕਿ ਪੰਥਕ ਰਵਾਇਤਾਂ ਦੇ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਭਾਵ ਬਾਦਲ ਪਿਓ ਪੁੱਤ ਮਸੰਦਾਂ ਨੂੰ ਤਲਬ ਕੀਤਾ ਜਾਵੇ ਅਤੇ ਤਲਬ ਕਰਕੇ ਸਿੱਖ ਕੌਮ ਦੇ ਵਿੱਚੋਂ ਖਾਰਜ ਕੀਤਾ ਜਾਵੇ। ਮਸਲੇ ਸੱਚਮੁੱਚ ਵੱਡੇ ਉਠਾਏ ਨੇ, ਪਰ ਜਦੋਂ ਇਹ ਮਸਲੇ ਉਠਾ ਰਹੇ ਸੀ ਤੇ ਉਦੋਂ ਉਹਨਾਂ ਨੇ ਕੇਜਰੀਵਾਲ ਨੂੰ ਵੀ ਨਿਸ਼ਾਨੇ ਤੇ ਲਿਆ, ਉਦੋਂ ਉਹਨਾਂ ਨੇ 1984 ਦੀ ਵੀ ਗੱਲ ਕੀਤੀ। ਪਰ ਸਵਾਲ ਇਹ ਹੈ ਕਿ 1984 ਦੀ ਗੱਲ ਕਰਨੀ ਜਾਇਜ਼ ਹੈ, ਪਰ ਘੱਟੋ ਘੱਟ ਇਹ ਵੀ ਦੱਸਣਾ ਚਾਹੀਦਾ ਸੀ ਤੁਹਾਨੂੰ ਰੰਧਾਵਾ ਸਾਹਿਬ ਉਸ ਵਕਤ ਕਿ 1984 ਵਕਤ ਜਦੋਂ ਦਰਬਾਰ ਸਾਹਿਬ ਦੇ ਉੱਤੇ ਤੋਪਾਂ ਤੇ ਟੈਂਕਾਂ ਬੀੜ ਦਿੱਤੇ ਗਏ ਤੇ ਕਿਹਦੀ ਹਕੂਮਤ ਸੀ। ਜਦੋਂ 1984 ਦੇ ਵਿੱਚ ਸਿੱਖ ਵਿਰੋਧੀ ਕਤਲੇਆਮ ਹੋਇਆ, ਜਿਹਦਾ ਤੁਸੀਂ ਜ਼ਿਕਰ ਕੀਤਾ, ਜਦੋਂ ਆਹ ਗੱਲਾਂ ਕੀਤੀਆਂ ਚਿੱਠੀ ਲਿਖਣ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ, ਉਸ ਵਕਤ ਦਿੱਲੀ ਦੇ ਵਿੱਚ ਕਿਹਦੀ ਹਕੂਮਤ ਸੀ, ਕਿਹਦੀ ਸ਼ਹਿ ਤੇ ਹੋਇਆ? ਦੋ ਪ੍ਰਧਾਨ ਮੰਤਰੀ, ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਫਿਰ ਰਾਜੀਵ ਗਾਂਧੀ, ਅਤੇ ਉਸੇ ਪਾਰਟੀ ਦੇ ਇਸ ਵਕਤ ਪੰਜਾਬ ਇਕਾਈ ਦੇ ਤੁਸੀਂ ਵਿੱਚ ਵਿਚਰ ਰਹੇ ਹੋ ਅਤੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਹੋ। ਘੱਟੋ ਘੱਟ ਕਿਤੇ ਨਾ ਕਿਤੇ ਆਪਣੀ ਜਾਂ ਆਪਣੀ ਪਾਰਟੀ ਦੀ ਜ਼ਿੰਮੇਵਾਰੀ ਵੀ ਤੈਅ ਕਰੋ। ਪਰ ਸਵਾਲ ਇਸ ਗੱਲ ਦਾ ਹੈ ਕਿ ਜਿਹੜੇ ਉਹਨਾਂ ਨੇ ਨੁਕਤੇ ਉਠਾਏ ਨੇ, ਦੇਖੋ ਕਿ ਜਥੇਦਾਰ ਸਾਹਿਬ ਉਹਨਾਂ ਦੀ ਚਿੱਠੀ ਤੋਂ ਬਾਅਦ ਕੋਈ ਫੈਸਲਾ ਕਰਦੇ ਹੈ, ਕੋਈ ਜਵਾਬ ਆਉਂਦਾ ਹੈ? ਚਿੱਠੀ ਸ਼ਰੇਆਮ ਘੁੰਮ ਫਿਰ ਰਹੀ ਹੈ, ਸਾਰੇ ਮੀਡੀਆ ਦੇ ਵਿੱਚ ਵੀ ਇਸ ਵਕਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਸੱਚਮੁੱਚ ਉਹਨਾਂ ਨੂੰ ਮਸੰਦ ਸਮਝਿਆ ਜਾਏਗਾ, ਕਿ ਸੱਚਮੁੱਚ ਉਹਨਾਂ ਨੂੰ ਪੰਥ ਚੋਂ ਖਾਰਜ ਕੀਤਾ ਜਾਏਗਾ। ਪਰ ਇਹ ਗੱਲ ਬਿਲਕੁਲ ਰੰਧਾਵਾ ਸਾਹਿਬ ਨੇ ਸਹੀ ਆਖੀ ਹੈ ਕਿ ਹੁਸ਼ਿਆਰਪੁਰ ਦੀ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਹੈ ਕਿ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਦੀਆਂ ਚੋਣਾਂ ਲੜਨੀਆਂ ਹੁੰਦੀਆਂ ਨੇ, ਤੁਸੀਂ ਪੰਥਕ ਧਿਰ, ਜਿਹੜਾ ਤੁਸੀਂ ਭਾਰਤ ਦੇ ਚੋਣ ਕਮਿਸ਼ਨ ਕੋਲ ਆਪਣਾ ਸੰਵਿਧਾਨ ਦਾਇਰ ਕੀਤਾ ਹੋਇਆ ਹੈ, ਉਹਦੇ ਵਿੱਚ ਤੁਸੀਂ ਧਰਮ ਨਿਰਪੱਖ ਪਾਰਟੀ, ਫੈਸਲਾ ਇੱਕ ਕਰਨਾ ਪਏਗਾ। ਖੇੜਾ ਸਾਹਿਬ ਨੇ ਸੱਚਮੁੱਚ ਬਾਦਲਾਂ ਨੂੰ ਇਸ ਵਕਤ ਪੜ੍ਹਨੇ ਪਾਇਆ ਹੋਇਆ ਹੈ। ਪਰ ਅਗਲੀ ਖਬਰ ਹੈ ਜਿਹੜੀ, ਉਹ ਮੇਘਾਲਿਆ ਦੇ ਗਵਰਨਰ ਸਤਿਆਪਾਲ ਮਲਿਕ, ਜਿਹੜੇ ਅਕਸਰ ਆਪਣੇ ਬਿਆਨਾਂ ਦੇ ਕਾਰਨ ਸੁਰਖੀਆਂ ਵਿੱਚ ਰਹਿੰਦੇ ਨੇ, ਉਹਨਾਂ ਦੇ ਨਾਲ ਸੰਬੰਧਿਤ ਹੈ, ਮੋਦੀ ਸਰਕਾਰ ਦੇ ਨਾਲ ਸੰਬੰਧਿਤ ਹੈ। ਇੱਕ ਵਾਰ ਫਿਰ ਤੋਂ ਉਹਨਾਂ ਨੇ ਆਪਣੇ ਤਾਜ਼ਾ ਬਿਆਨਾਂ ਦੇ ਵਿੱਚ ਹੱਲਾ ਬੋਲ ਦਿੱਤਾ ਹੈ। ਹਰਿਆਣਾ ਦੀ ਦਾਦਰੀ ਸਥਿਤ ਸਵਾਤੀ ਦਿਆਲ ਤੀਰਥ ਦੇ ਵਿੱਚ ਉਹ ਮੱਥਾ ਟੇਕਣ ਪਹੁੰਚੇ ਸੀ। ਗਵਰਨਰ ਮਲਿਕ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਦੇ ਵਿਰੁੱਧ ਜਦੋਂ ਕਿਸਾਨ ਅੰਦੋਲਨ ਜਾਰੀ ਸੀ ਤਾਂ ਉਸ ਵਕਤ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਮਿਲਣ ਜਾਂਦੇ ਹੈ, ਪਰ ਜਿਸ ਵਕਤ ਉਹ ਮੁਲਾਕਾਤ ਕਰਨ ਵਾਸਤੇ ਗਏ ਤਾਂ ਉਸ ਵਕਤ ਪ੍ਰਧਾਨ ਮੰਤਰੀ ਮੋਦੀ ਜੀ ਬੜੇ ਘਮੰਡ ਸੀ। ਉਹ ਕਹਿੰਦੇ, ਉਹ ਮੈਨੂੰ ਕਹਿੰਦੀ ਹੈ ਕਿ ਭਾਈ ਇੱਥੋਂ ਜਾ, ਤੂੰ ਅਮਿਤ ਸ਼ਾਹ ਨੂੰ ਮਿਲ ਲੈ, ਤਾਂ ਕਿ ਅੰਦੋਲਨ ਦੇ ਬਾਰੇ ਜਿਹੜੀ ਜਾਣਕਾਰੀ ਹੈ, ਜਦੋਂ ਕਹਿੰਦੇ ਮੈਂ ਉਹਨਾਂ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਗੋਂ ਔਖੇ ਬੋਲੇ। ਹੁਣ ਦੱਸਣਾ ਬਣਦਾ ਕਿ ਸਤਿਆਪਾਲ ਮਲਿਕ ਮੇਘਾਲਿਆ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਗਵਰਨਰ ਵੀ ਹੁੰਦੇ ਸੀ, ਕਈ ਸੂਬਿਆਂ ਦੇ ਹੋਰ ਵੀ ਗਵਰਨਰ ਰਹੇ ਹੈ। ਮਲਿਕ ਦੇ ਇਸ ਬਿਆਨ ਤੋਂ ਬਾਅਦ ਰਾਜਨੀਤੀ ਸੱਚਮੁੱਚ ਗਰਮਾ ਗਈ ਹੈ। ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਨੇ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਇਸ ਮਸਲੇ ਤੇ ਮੁਆਫੀ ਮੰਗਣ, ਜਿਹੜੀਆਂ ਗੱਲਾਂ ਰਾਜਪਾਲ ਮਲਿਕ ਆਖ ਰਹੇ ਨੇ, ਪਰ ਜੇਕਰ ਰਾਜਪਾਲ ਮਲਿਕ ਝੂਠ ਬੋਲ ਰਿਹਾ ਤਾਂ ਫਿਰ ਇਸ ਗਵਰਨਰ ਦੇ ਖਿਲਾਫ ਕਾਰਵਾਈ ਹੋਵੇ, ਇਹਨਾਂ ਨੂੰ ਅਹੁਦੇ ਤੋਂ ਲਾਂਭੇ ਕੀਤਾ ਜਾਵੇ, ਇਹਨਾਂ ਦੇ ਖਿਲਾਫ FIR ਵੀ ਦਰਜ ਕੀਤੀ ਜਾਵੇ। ਤੇ ਨਾਲ ਉਹ ਕਹਿੰਦੇ ਜਿਹੜੀਆਂ ਕਿਸਾਨਾਂ ਦੇ ਨਾਲ ਤੁਸੀਂ ਹੁਣ ਤੱਕ ਗੱਲਾਂ ਕੀਤੀਆਂ ਸੀ, ਮੁੱਦਿਆਂ ਦੇ ਉੱਤੇ ਆਖਿਆ ਸੀ ਕਿ ਅਸੀਂ ਵਿਚਾਰ ਕਰਾਂਗੇ, ਉੱਥੇ ਦੀ ਉੱਥੇ ਪਏ ਆ, ਤੇ ਤੁਸੀਂ ਕਿਸਾਨਾਂ ਦੇ ਨਾਲ ਵਾਅਦਾ ਕਰਕੇ ਇੱਕ ਕਿਸਮ ਦਾ ਮੁੱਕਰ ਰਹੇ ਹੋ। ਤੇ ਦੂਸਰੇ ਪਾਸੇ ਨੈਸ਼ਨਲ ਕਾਨਫਰੰਸ ਦੇ ਆਗੂ ਨੇ ਉਮਰ ਅਬਦੁੱਲਾ ਕਹਿੰਦੇ ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਜਿਸ ਥਾਲੀ 'ਚ ਖਾਂਦੇ ਆ ਉਹਦੇ 'ਚ ਸ਼ੇਕ ਕਰਦੇ ਆ। ਕਹਿੰਦੇ ਇਸ ਕਹਾਵਤ ਨੂੰ ਉਹ ਸੱਚ ਕਰ ਰਿਹਾ ਹੈ। ਉਹ ਕਹਿੰਦੇ ਮਲਿਕ ਤੇ ਯਕੀਨ ਨਹੀਂ ਕੀਤਾ ਜਾ ਸਕਦਾ, ਕਸ਼ਮੀਰ ਦੇ ਲੋਕ ਇਸ ਗੱਲ ਨੂੰ ਤਸਦੀਕ ਕਰ ਸਕਦੇ ਆ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਮਲਿਕ ਦੇ ਹਵਾਲੇ ਨਾਲ ਇੱਕ ਟਵੀਟ ਕੀਤਾ ਕਿ ਇਹ ਸ਼ਖਸ ਕਿਸੇ ਵਕਤ ਜੰਮੂ ਕਸ਼ਮੀਰ ਦੇ ਵਿੱਚ ਭਾਰਤ ਸਰਕਾਰ ਦਾ, ਕੇਂਦਰ ਸਰਕਾਰ ਦਾ ਹੱਥ ਠੋਕਾ ਸੀ, ਅਤੇ ਹੁਣ ਉਸੇ 'ਚ ਜਿਨ੍ਹਾਂ ਨੇ ਉਹਨਾਂ ਨੂੰ ਅਹੁਦੇ ਤੇ ਉੱਤੇ ਬਿਠਾਇਆ ਹੋਇਆ, ਜਿਹੜੇ ਉਹਦੇ ਮੂੰਹ 'ਚ ਬੁਰਕੀਆਂ ਪਾਉਂਦੇ ਆ ਤੇ ਉਹਦੇ 'ਚ ਸ਼ੇਕ ਕਰੀ ਜਾਂਦਾ। ਉਹ ਕਹਿੰਦੇ ਮਲਿਕ ਬੇਵਫਾ ਨਹੀਂ, ਇਹ ਝੂਠੇ ਨਹੀਂ। ਜੰਮੂ ਕਸ਼ਮੀਰ ਦੇ ਲੋਕ ਇਸ ਗੱਲ ਨੂੰ ਤਸਦੀਕ ਕਰ ਸਕਦੇ ਨੇ। ਦੱਸਣਾ ਬਣਦਾ ਹੈ ਕਿ ਦਾਦਰੀ ਦੇ ਵਿੱਚ ਫੋਗਾਟ ਖਾਪ ਨੇ ਉਹਨਾਂ ਨੂੰ ਸਨਮਾਨਿਤ ਕੀਤਾ। ਉਸ ਵਕਤ ਪ੍ਰਧਾਨ ਮੰਤਰੀ ਮੋਦੀ ਨੂੰ ਜਦੋਂ ਮਿਲਣ ਗਏ ਤੇ ਉਹਨਾਂ ਨੇ ਜਿਸ ਗੱਲ ਦਾ ਉੱਥੇ ਸੰਬੋਧਨ ਹੁੰਦਿਆਂ ਜ਼ਿਕਰ ਕੀਤਾ, ਕਹਿੰਦੇ ਮੈਂ ਗਿਆ
5 ਮਿੰਟ ਸਾਡੀ ਗੱਲ ਚੱਲੀ। 5 ਮਿੰਟਾਂ ਤੋਂ ਬਾਅਦ ਮੇਰੀ ਤੇ ਪ੍ਰਧਾਨ ਮੰਤਰੀ ਦੀ ਤੂੰ ਮੈਂ ਹੋ ਗਈ, ਲੜਾਈ ਹੋ ਗਈ। ਉਹ ਕਹਿੰਦੇ ਪ੍ਰਧਾਨ ਮੰਤਰੀ ਉਸ ਵਕਤ ਘਮੰਡ ਵਿੱਚ ਸੀ, ਉਹਨਾਂ ਨੇ ਕਿਹਾ ਕਿ ਭਾਈ ਇੱਥੋਂ ਜਾ। ਪਰ ਕਹਿੰਦੇ ਮੈਂ ਕਿਹਾ ਕੀ ਸੀ, ਇਹ ਬਹੁਤ ਮਹੱਤਵਪੂਰਨ ਹੈ। ਕਹਿੰਦੇ ਮੈਂ ਉਹਨਾਂ ਨੂੰ ਕਿਹਾ ਸੀ ਕਿ 500 ਕਿਸਾਨ ਹੁਣ ਤੱਕ ਸ਼ਹੀਦ ਹੋ ਗਏ, 500 ਕਿਸਾਨ ਮਰ ਚੁੱਕੇ ਨੇ। ਤੇ ਕਹਿੰਦੇ ਮੋਦੀ ਜੀ ਦਾ ਅੱਗੋਂ ਜਵਾਬ ਸੀ ਮੇਰੇ ਲਈ ਮਰਿਆ। ਕਹਿੰਦੇ ਜਦੋਂ ਉਹਨਾਂ ਦਾ ਮੈਂ ਇਹ ਜਵਾਬ ਸੁਣਿਆ, ਕਹਿੰਦੇ ਮੈਂ ਕਿਹਾ ਇਹ ਦੱਸੋ ਹੋਰ ਕਿਹਦੇ ਵਾਸਤੇ ਮਰੇ ਆ? ਤੁਸੀਂ ਰਾਜਾ ਬਣੇ ਬੈਠੇ ਹੋ, ਹੰਕਾਰੀ ਬਣੇ ਬੈਠੇ ਹੋ। ਤੇ ਇਸ ਗੱਲ ਤੋਂ ਉੱਤੇ ਕਹਿੰਦੇ ਉਹ ਮੈਨੂੰ ਕਹਿੰਦੇ ਨੇ ਇੱਥੋਂ ਜਾਓ, ਜਾ ਕੇ ਤੁਸੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣੋ। ਕਹਿੰਦੇ ਉਹਦੇ ਤੋਂ ਬਾਅਦ ਮੈਂ ਅਮਿਤ ਸ਼ਾਹ ਨੂੰ ਮਿਲਿਆ ਜਾ ਕੇ, ਤੇ ਅਮਿਤ ਸ਼ਾਹ ਹੋਰਾਂ ਨੇ ਮੈਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨੂੰ ਕੁਝ ਲੋਕਾਂ ਨੇ ਗਲਤ ਫੀਡਬੈਕ ਦਿੱਤੀ ਹੈ, ਤੁਸੀਂ ਬੇਫਿਕਰ ਰਹੋ, ਮਿਲਦੇ ਰਹੋ, ਕਿਸੇ ਨਾ ਕਿਸੇ ਦਿਨ ਇਹ ਗੱਲ ਉਹਨਾਂ ਨੂੰ ਸਮਝ ਆ ਜਾਊਗੀ। ਹੁਣ ਮਲਕ ਨੇ ਕਿਹਾ ਕਿ ਕਿਸਾਨ ਅੰਦੋਲਨ ਹਾਲੇ ਖਤਮ ਨਹੀਂ ਹੋਇਆ, ਮੁਅੱਤਲ ਹੋਇਆ। ਕਿਸਾਨਾਂ ਨਾਲ ਕੋਈ ਵੀ ਜਿਹੜਾ ਬੇਇਨਸਾਫੀ ਕਰੂ, ਨਾ ਇਨਸਾਫੀ ਕਰੂ ਜਾਂ ਤਸ਼ੱਦਦ ਕਰੂ ਤਾਂ ਇਹ ਅੰਦੋਲਨ ਦੁਬਾਰਾ ਸ਼ੁਰੂ ਹੋ ਸਕਦਾ ਹੈ। ਇਸ ਲਈ ਸਰਕਾਰਾਂ ਨੂੰ ਕਿਸਾਨਾਂ ਦੀਆਂ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਤੁਰੰਤ ਪ੍ਰਵਾਨ ਕਰ ਲੈਣੀਆਂ ਚਾਹੀਦੀਆਂ ਨੇ। ਹੁਣ ਸਤਿਆਪਾਲ ਮਲਕ ਜਿਹੜੇ ਮੇਘਾਲਿਆ ਦੇ ਗਵਰਨਰ ਨੇ, ਉਹਨਾਂ ਦੇ ਇਸ ਬਿਆਨ ਨੇ ਸੱਚਮੁੱਚ ਫੇਰ ਇੱਕ ਵਾਰੀ ਸਿਆਸਤ ਗਰਮਾ ਕੇ ਰੱਖ ਦਿੱਤੀ ਹੈ ਕਿ ਅੰਦਰ ਖਾਤੇ ਕੀ ਸੋਚਦੇ ਸੀ, ਤੇ ਬਾਅਦ ਦੇ ਵਿੱਚ ਭਾਵੇਂ ਕਾਨੂੰਨ ਵਾਪਸ ਲੈਣੇ ਪਏ ਹੈ, ਭਾਵੇਂ ਮੁਆਫੀ ਮੰਗਣੀ ਪਈ ਆ। ਹੁਣ ਪੰਜਾਬ ਦੇ ਵਿੱਚ ਆ ਰਹੇ ਨੇ 5 ਜਨਵਰੀ ਨੂੰ ਫਿਰੋਜ਼ਪੁਰ ਦੇ ਵਿੱਚ ਉਮੀਦ ਹੈ ਕਿ ਕਈ ਹਜ਼ਾਰ ਕਰੋੜ ਰੁਪਏ ਦੇ ਰਾਹਤ ਪੈਕੇਜ ਦਿੱਤੇ ਜਾ ਸਕਦੇ ਆ, ਕੁਝ ਵੱਡੇ ਪ੍ਰੋਜੈਕਟਸ ਦੇ ਉਦਘਾਟਨ ਕੀਤੇ ਜਾ ਸਕਦੇ ਆ ਜਾਂ ਨੀਂਹ ਪੱਥਰ ਰੱਖੇ ਜਾ ਸਕਦੇ ਆ। ਵੇਖਦੇ ਹਾਂ ਕਿ ਪੰਜਾਬ ਦੇ ਵਿੱਚ ਆ ਕੇ ਮੋਦੀ ਜੀ ਕੀ ਕੁਝ ਐਲਾਨ ਕਰਦੇ ਆ। ਤੇ ਨਾਲ ਹੀ ਕਿਸਾਨ ਅੰਦੋਲਨ ਦੇ ਵਿੱਚ ਹੀ ਇੱਕ ਘਟਨਾ ਘਟੀ ਸੀ ਲਖੀਮਪੁਰ ਖੀਰੀ ਦੇ ਤਿਕੁਨੀਆਂ ਦੇ ਵਿੱਚ 3 ਅਕਤੂਬਰ ਨੂੰ ਬੀਤੇ ਵਰੇ 2021 ਨੂੰ ਇੱਕ ਹਿੰਸਾ ਵਾਪਰਦੀ ਹੈ, ਤੇ ਉਸ ਮਾਮਲੇ ਦੇ ਵਿੱਚ ਕੱਲ ਇੱਕ ਚਾਰਜ ਸ਼ੀਟ ਦਾਇਰ ਕੀਤੀ ਗਈ ਹੈ। ਪੂਰੇ 88 ਦਿਨਾਂ ਤੋਂ ਬਾਅਦ ਇਹ ਦਾਖਲ ਕੀਤੀ ਗਈ ਚਾਰਜ ਸ਼ੀਟ। ਇਹਦੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਉਰਫ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਉਰਫ ਮੋਨੂ, ਉਹਨਾਂ ਨੂੰ ਮੁੱਖ ਮੁਲਜ਼ਮ ਦੇ ਵਿੱਚੋਂ ਨਾਮਜ਼ਦ ਕੀਤਾ ਗਿਆ। ਚਾਰਜ ਸ਼ੀਟ ਦੱਸਿਆ ਗਿਆ ਕਿ ਪੂਰੇ 5000 ਸਫ਼ਿਆਂ ਦੀ ਹੈ। ਸਿੱਟ ਦੇ ਮੁਤਾਬਕ ਆਸ਼ੀਸ਼ ਮੌਕੇ ਤੇ ਮੌਜੂਦ ਸੀ। ਯੂਪੀ ਦੀ ਸਿਆਸਤ ਨੂੰ ਗਰਵਾਉਣ ਵਾਲੇ ਇਸ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਦੇ ਵੱਲੋਂ ਦਾਇਰ ਪਟੀਸ਼ਨ ਦੇ ਵਿੱਚ ਬਹੁਤ ਡਿਟੇਲ ਦੇ ਵਿੱਚ ਜਾਣਕਾਰੀ ਹੈ। 5000 ਸਫ਼ੇ ਨੇ। ਦੱਸਿਆ ਗਿਆ ਕਿ ਆਸ਼ੀਸ਼ ਮੌਕੇ ਤੇ ਮੌਜੂਦ ਸੀ। ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਵਿੱਚ 88 ਦਿਨ ਪੂਰੇ ਹੋਣ ਤੋਂ ਬਾਅਦ ਤਕਰੀਬਨ ਤੁਸੀਂ ਦੇਖੋ 3 ਮਹੀਨੇ ਹੋ ਚੱਲੇ ਹੈ, ਚਾਰਜ ਸ਼ੀਟ ਦਾਇਰ ਕੀਤੀ ਗਈ ਹੈ। ਜਾਂਚ ਦੌਰਾਨ ਦਰਜ ਕੀਤੇ ਗਏ ਦੋਸ਼ਾਂ ਤੇ ਬਿਆਨਾਂ ਨੂੰ ਲੋਕਾਂ ਦੀਆਂ ਨਜ਼ਰਾਂ ਐਨ ਟਿਕ ਟਿਕਾ ਕੇ ਦੇਖ ਰਹੀਆਂ ਸੀ ਕਿ ਕੀ ਕੁਝ ਉਸ ਬਿਆਨ ਜਾਂ ਉਸ ਚਾਰਜ ਸ਼ੀਟ ਵਿੱਚ ਹੁੰਦਾ ਹੈ। ਤਾਂ ਹੁਣ ਇਹਨਾਂ ਪੰਨਿਆਂ ਦੇ ਵਿੱਚ ਜਿਹੜੇ ਚਾਰਜ ਸ਼ੀਟ ਜਿਨ੍ਹਾਂ ਦੇ ਉੱਤੇ ਦਰਜ ਕੀਤੀ ਗਈ ਹੈ, 14 ਮੁਲਜ਼ਮਾਂ ਦੇ ਖਿਲਾਫ ਪਰਚਾ ਦਰਜ ਹੈ। CGM ਚਿੰਤਾਰਾਮ ਦੀ ਅਦਾਲਤ ਦੇ ਵਿੱਚ ਦਾਇਰ ਚਾਰਜ ਸ਼ੀਟ ਵਿੱਚ 14 ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਹਨਾਂ ਦੇ ਵਿੱਚ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਮੋਨੂ ਅਤੇ 13 ਹੋਰ ਵਿਅਕਤੀ, ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਹੋਇਆ ਹੈ। 3 ਦੀ ਮੌਤ ਹੋ ਗਈ ਸੀ। ਇਹਦੇ ਵਿੱਚ ਕੁੱਲ 8 ਮੌਤਾਂ ਹੋਈਆਂ ਸੀ। ਤੁਸੀਂ ਦੇਖੋ ਕਿ 4 ਕਿਸਾਨ, 1 ਪੱਤਰਕਾਰ, 2 ਭਾਜਪਾ ਦੇ ਵਰਕਰ, ਇੱਕ ਤੇ ਡਰਾਈਵਰ ਦੱਸਿਆ ਗਿਆ ਸੀ। ਕੁੱਲ ਮਿਲਾ ਕੇ ਇਸ ਹਿੰਸਾ ਦੇ ਵਿੱਚ 8 ਮੌਤਾਂ ਹੁੰਦੀਆਂ ਨੇ। ਇਸ ਮਾਮਲੇ ਦੇ ਵਿੱਚ ਪੁਲਿਸ 208 ਗਵਾਹਾਂ ਨੂੰ ਅਦਾਲਤ 'ਚ ਪੇਸ਼ ਕਰੂ। ਜਿਹੜੀ ਜਾਣਕਾਰੀ ਮਿਲੀ ਹੈ, ਇੱਕ ਹੋਰ ਮੁਲਜ਼ਮ ਵਰਿੰਦਰ ਸ਼ੁਕਲਾ ਨੂੰ ਵੀ ਧਾਰਾ 302(1) ਦੇ ਤਹਿਤ ਚਾਰਜ ਸ਼ੀਟ ਕਰ ਲਿਆ ਗਿਆ। ਸ਼ੁਕਲਾ ਦੀ ਪਰ ਗ੍ਰਿਫਤਾਰੀ ਹੋਣੀ ਹਲੇ ਬਾਕੀ ਹੈ। ਇਹ ਜਾਣਕਾਰੀ ਜ਼ਰੂਰ ਮਿਲੀ ਹੈ ਕਿ ਸ਼ੁਕਲਾ ਮਿਸ਼ਰਾ ਦਾ ਰਿਸ਼ਤੇਦਾਰ ਹੈ ਅਤੇ ਬਲਾਕ ਮੁਖੀ ਹੈ। ਸਿੱਟ ਨੇ ਉਹਨੂੰ ਨੋਟਿਸ ਭੇਜ ਦਿੱਤਾ ਹੈ, ਤੇ ਜਿਹੜੀ ਉੱਥੋਂ ਦੀ ਅਦਾਲਤ ਦੇ ਵਿੱਚ ਇਹ ਰਿਪੋਰਟ ਦਾਖਲ ਕੀਤੀ ਗਈ ਹੈ, ਉਹਦੇ ਵਿੱਚ ਲਿਖਿਆ ਗਿਆ ਕਿ ਇਹ ਕੋਈ ਐਕਸੀਡੈਂਟ ਨਹੀਂ ਸੀ, ਇਹ ਇੱਕ ਗਿਣੀ ਮਿਥੀ ਸਾਜ਼ਿਸ਼ ਸੀ। ਰਿਪੋਰਟ ਦੇ ਵਿੱਚ ਲਿਖਿਆ ਕਿ ਕਿਸਾਨਾਂ ਨੂੰ ਦਰਣ ਦਾ ਮਾਮਲਾ ਕੋਈ ਅਣਗਹਿਲੀ ਬਿਲਕੁਲ ਨਹੀਂ ਸੀ, ਇਹ ਜਾਣ ਬੁੱਝ ਕੇ ਕੀਤਾ ਗਿਆ ਸੀ। ਮੁਲਜ਼ਮਾਂ ਨੇ ਹੱਤਿਆ ਦੇ ਇਰਾਦੇ ਨਾਲ ਇਹ ਕਾਰਨਾਮਾ ਕੀਤਾ। ਲਖੀਮਪੁਰ ਖੀਰੀ 3 ਅਕਤੂਬਰ 2021 ਨੂੰ ਬਾਅਦ ਦੁਪਹਿਰ 3 ਵਜੇ ਜਿਹੜੀ ਘਟਨਾ ਘਟੀ, ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦੀ ਆਮਦ ਦਾ ਉਸ ਵਕਤ ਕਿਸਾਨ ਵਿਰੋਧ ਕਰ ਰਹੇ ਸਨ, ਤੇ ਕਿਸਾਨਾਂ ਨੂੰ ਆਸ਼ੀਸ਼ ਮਿਸ਼ਰਾ ਦੀਆਂ ਗੱਡੀਆਂ ਦੇ ਕਾਫਲੇ ਨੇ ਦਰੜਿਆ, ਜਿਸ ਕਾਰਨ 4 ਕਿਸਾਨਾਂ ਦੀ ਮੌਤ ਹੁੰਦੀ ਹੈ ਅਤੇ ਕੁੱਲ 8 ਮੌਤਾਂ ਹੁੰਦੀਆਂ ਨੇ। ਹੁਣ ਤੁਸੀਂ ਦੇਖੋ ਕਿ ਆਸ਼ੀਸ਼ ਮਿਸ਼ਰਾ ਦੇ ਖਿਲਾਫ ਜਿਹੜੀਆਂ ਧਾਰਾਵਾਂ ਲਾਈਆਂ ਗਈਆਂ ਨੇ, 302 ਹੈ, 307 ਹੈ, 149 ਹੈ, 326 ਹੈ, 34 ਹੈ, 427 ਅਤੇ 120 ਦੇ ਤਹਿਤ ਦੋਸ਼ ਆਇਦ ਕੀਤੇ ਗਏ ਨੇ।
ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾਅਵਾ ਕਰ ਰਿਹਾ ਹੈ ਕਿ ਉਹਨਾਂ ਦਾ ਪੁੱਤਰ ਬੇਕਸੂਰ ਹੈ ਅਤੇ ਉਹ ਘਟਨਾ ਵਾਲੇ ਦਿਨ ਆਪਣੇ ਜੱਦੀ ਪਿੰਡ ਬਨਵੀਰਪੁਰ ਦੇ ਦੰਗਲ 'ਚ ਹਾਜ਼ਰ ਸੀ। ਦੂਸਰੇ ਪਾਸੇ ਇਸ ਚਾਰਜਸ਼ੀਟ ਦਾਇਰ ਹੋਣ ਤੋਂ ਬਾਅਦ ਕਾਂਗਰਸ ਪਾਰਟੀ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਤਰਾਜ਼ ਪ੍ਰਗਟਾਇਆ ਕਿ ਜਦੋਂ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਤਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਇਸ ਚਾਰਜਸ਼ੀਟ ਤੋਂ ਬਾਹਰ ਕਿਉਂ ਰੱਖਿਆ ਗਿਆ ਹੈ। ਹੁਣ ਸਿੱਟ ਨੇ ਆਸ਼ੀਸ਼ ਮਿਸ਼ਰਾ, ਅੰਕਿਤ ਦਾਸ, ਨਰਿੰਦਰ ਸਿੰਘ ਬਿਸ਼ਟ, ਸਤਿਅਮ ਤ੍ਰਿਪਾਠੀ ਉਰਫ ਸਤਿਅਮ, ਲਤੀਫ ਉਰਫ ਕਾਲੇ, ਸ਼ੇਖਰ ਭਾਰਤੀ, ਸੁਮਿਤ ਜੈਸਵਾਲ, ਇਹਨਾਂ ਦੇ ਨਾਲ ਆਸ਼ੀਸ਼ ਪਾਂਡੇ, ਲਵ ਕੁਸ਼ ਰਾਣਾ, ਸ਼ਿਸ਼ੂਪਾਲ, ਇਹਦੇ ਨਾਲ ਉਲਾਸ ਕੁਮਾਰ ਉਰਫ ਮੋਹਿਤ ਤ੍ਰਿਵੇਦੀ, ਰਿੰਕੂ ਰਾਣਾ ਅਤੇ ਧਰਮਿੰਦਰ ਵਣਜਾਰਾ ਦੀ ਪਹਿਚਾਣ ਕਰਕੇ 13 ਮੁਲਜ਼ਮ ਗ੍ਰਿਫਤਾਰ ਕਰ ਲਏ ਹੋਏ ਨੇ। ਸਾਰੇ ਮੁਲਜ਼ਮ ਇਸ ਵਕਤ ਲਖੀਮਪੁਰ ਖੀਰੀ ਦੀ ਜੇਲ੍ਹ ਵਿੱਚ ਬੰਦ ਨੇ। ਆਸ਼ੀਸ਼ ਮਿਸ਼ਰਾ ਦੇ ਵੱਲੋਂ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਜ਼ਮਾਨਤ ਵਾਸਤੇ ਅਰਜ਼ੀ ਲਾਈ ਹੋਈ ਹੈ, ਪੈਂਡਿੰਗ ਪਈ ਹੈ, ਜਦੋਂ ਕਿ ਬਾਕੀਆਂ ਨੇ ਉੱਥੋਂ ਦੀ ਸਥਾਨਕ ਅਦਾਲਤ ਦੇ ਵਿੱਚ ਜ਼ਮਾਨਤ ਵਾਸਤੇ ਅਰਜ਼ੀਆਂ ਦਿੱਤੀਆਂ ਹੋਈਆਂ ਨੇ, ਪਰ ਹਾਲੇ ਉਹਨਾਂ ਦੇ ਉੱਤੇ ਸੁਣਵਾਈਆਂ ਹੋਣੀਆਂ ਬਾਕੀ ਨੇ। ਹੁਣ ਤੁਸੀਂ ਦੇਖੋ ਕਿ ਘਟਨਾ ਘਟ ਚੁੱਕੀ ਹੈ, ਮੌਤਾਂ ਕੁੱਲ 8 ਹੋ ਚੁੱਕੀਆਂ ਨੇ। ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਉੱਤੇ ਵਿਰੋਧੀ ਧਿਰਾਂ ਵੀ ਤੇ ਕਿਸਾਨ ਲਗਾਤਾਰ ਪ੍ਰੈਸ਼ਰ ਬਿਲਡ ਕਰਦੇ ਰਹੇ ਹੈ ਕਿ ਘੱਟੋ ਘੱਟ ਜੇ ਜਾਂਚ ਪ੍ਰਭਾਵਿਤ ਨਾ ਹੋਵੇ, ਇਸ ਇਰਾਦੇ ਕਰਕੇ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ, ਕੈਬਨਿਟ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ। ਇੱਕ ਪਾਸੇ ਕਾਨੂੰਨ ਵਾਪਸ ਲੈ ਲਏ ਗਏ ਹੈ, ਕਿਸਾਨਾਂ ਤੋਂ ਮੁਆਫੀ ਮੰਗ ਲਈ ਗਈ ਹੈ, ਪਰ ਦੂਸਰੇ ਪਾਸੇ ਹਾਲ ਦੀ ਘੜੀ ਉਹ ਮੋਦੀ ਦੇ ਮੰਤਰੀ ਮੰਡਲ ਦਾ ਹਿੱਸਾ ਨੇ। ਇਸ ਗੱਲ ਦੇ ਉੱਤੇ ਹਾਲ ਦੀ ਘੜੀ ਵੀ ਕਿਸਾਨਾਂ ਵਿੱਚ ਰੋਸ ਹੈ ਅਤੇ ਇਸ ਮਸਲੇ ਦੇ ਉੱਤੇ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ। ਹੁਣ ਇੱਕ ਵਾਰੀ ਫਿਰ ਪੰਜਾਬ ਚੱਕਰ ਲਾ ਲਈਏ ਕਿ ਪੰਜਾਬ ਦੇ ਵਿੱਚ ਜੰਮਦਾ ਬੱਚਾ ਕਰਜ਼ਈ ਕਿਉਂ। ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਨੇ ਰਾਘਵ ਚੱਡਾ, ਉਹਨਾਂ ਨੇ ਪੰਜਾਬ ਦੇ ਸਿਰ ਜਿਹੜਾ ਕਰਜ਼ਾ ਹੈ ਉਹਦੇ ਉੱਤੇ ਬਿਆਨ ਜਾਰੀ ਕੀਤਾ ਤੇ ਇੱਕ ਟਵੀਟ ਵੀ ਕੀਤਾ ਤੇ ਨਾਲ ਇੱਕ ਵੀਡੀਓ ਵੀ ਉਹਨਾਂ ਨੇ ਸਾਂਝਾ ਕੀਤਾ ਤੇ ਨਾਲ ਕੁਝ ਤੱਥ ਸਾਂਝੇ ਕੀਤੇ ਨੇ। ਉਹਨਾਂ ਨੇ ਕਿਹਾ ਕਿ ਕਾਂਗਰਸ ਅਤੇ ਬਾਦਲਾਂ ਨੇ ਬੀਤੇ 50 ਸਾਲਾਂ ਦੇ ਵਿੱਚ ਹਰ ਪੰਜਾਬੀ ਨੂੰ ਕਰਜ਼ਦਾਰ ਬਣਾ ਕੇ ਰੱਖ ਦਿੱਤਾ ਹੈ। ਉਹ ਕਹਿੰਦੇ ਅੱਜ ਪੰਜਾਬ ਤੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਪੰਜਾਬ ਦੀ ਕੁੱਲ ਆਬਾਦੀ ਲਗਭਗ 3 ਕਰੋੜ ਹੈ। ਪੰਜਾਬ ਦੇ ਹਰ ਬੰਦੇ ਦੇ ਸਿਰ, ਭਾਵ ਜੰਮਦੇ ਬੱਚੇ ਦੇ ਸਿਰ 1 ਲੱਖ ਰੁਪਏ ਦਾ ਕਰਜ਼ ਹੋ ਜਾਂਦਾ ਹੈ। ਪੰਜਾਬ 'ਚ ਜਦੋਂ ਬੱਚਾ ਜਨਮ ਹੀ ਲੈਂਦਾ ਹੈ ਤਾਂ ਉਹ ਕਰਜ਼ਈ ਪੈਦਾ ਹੁੰਦਾ ਹੈ। ਉਹਨਾਂ ਨੇ ਲਿਖਿਆ ਕਿ ਸੋਚਣ ਵਾਲੀ ਗੱਲ ਹੈ ਕਿ ਪੰਜਾਬ ਦਾ ਖਜ਼ਾਨਾ ਤਾਂ ਹਰ ਵਰੇ ਹਰ ਖਜ਼ਾਨਾ ਮੰਤਰੀ ਕਹਿੰਦਾ ਖਾਲੀ ਹੈ, ਪਰ ਫਿਰ ਇਹਨਾਂ ਆਗੂਆਂ ਦੀ ਜਾਇਦਾਦ ਹਰ ਸਾਲ ਕਿਉਂ ਵੱਧਦੀ ਹੈ। ਜੇ ਵਿਧਾਇਕ ਬਣ ਜਾਂਦੇ ਨੇ ਤਾਂ ਉਹ ਅਮੀਰ ਕਿਵੇਂ ਬਣ ਜਾਂਦੇ ਨੇ। ਕਹਿੰਦਾ ਜਿਹੜਾ ਵਿਧਾਇਕ ਬਣਦਾ ਹੈ, ਵਿਧਾਇਕ ਬਣਨ ਤੋਂ ਪਹਿਲਾਂ ਸਕੂਟਰ ਤੇ ਘੁੰਮਦਾ ਹੁੰਦਾ ਸੀ, ਇੱਕ ਵਾਰੀ 5 ਸਾਲ ਦੀ ਟਰਮ ਲਾਉਂਦਾ ਹੈ, ਉਹਦੇ ਕੋਲ ਲੈਂਡ ਕਰੂਜ਼ਰ, ਉਹਦੇ ਕੋਲ ਮਰਸੀਡੀਜ਼ ਗੱਡੀਆਂ ਹੁੰਦੀਆਂ ਨੇ, ਉਹਨਾਂ ਤੇ ਘੁੰਮਦਾ ਨਜ਼ਰ ਆਉਂਦਾ ਹੈ। ਸਾਰਿਆਂ ਦੀਆਂ ਕੋਠੀਆਂ ਬਣ ਜਾਂਦੀਆਂ ਨੇ, ਫਾਰਮ ਹਾਊਸ ਬਣ ਜਾਂਦੇ ਨੇ, 2-2 ਕਰੋੜ ਦੀਆਂ ਗੱਡੀਆਂ ਤੋਂ ਘੱਟ ਉਹ ਹੇਠਾਂ ਉਤਰਦੇ ਨਹੀਂ। ਪੰਜਾਬ ਦਾ ਖਜ਼ਾਨਾ ਖਾਲੀ। ਉਹ ਕਹਿੰਦੇ ਪੰਜਾਬ ਇਸ ਸਮੇਂ ਪੂਰੇ ਦੇਸ਼ ਦਾ ਪੇਟ ਭਰਦਾ ਹੈ, ਢਿੱਡ ਭਰਦਾ ਹੈ, ਪਰ ਅੱਜ ਇਹਨਾਂ ਆਗੂ ਨੇ ਸਭ ਕੁਝ ਬਰਬਾਦ ਕਰਕੇ ਰੱਖ ਦਿੱਤਾ ਹੈ ਤੇ ਹੁਣ ਮੌਕਾ ਹੈ ਕਹਿੰਦੇ ਪੰਜਾਬ ਨੂੰ ਮੁੜ ਖੁਸ਼ਹਾਲ ਬਣਾਉਣ ਦਾ। ਉਹਨਾਂ ਨੇ ਆਖਿਆ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਸਾਲਾਨਾ ਬਜਟ ਦਾ 20% ਸਿਰਫ ਕਰਜ਼ੇ ਦੇ ਵਿਆਜ ਦੀ ਅਦਾਇਗੀ ਤੇ ਖਰਚ ਹੁੰਦਾ ਹੈ। ਉਹ ਕਹਿੰਦੇ ਜੇਕਰ ਪੰਜਾਬ ਸਰਕਾਰ ਤੇ ਇੰਨਾ ਕਰਜ਼ਾ ਨਾ ਹੋਵੇ ਤਾਂ ਇਹ ਪੈਸੇ ਹਸਪਤਾਲਾਂ ਵਾਸਤੇ, ਸਕੂਲਾਂ ਵਾਸਤੇ, ਸੜਕਾਂ ਵਾਸਤੇ, ਓਵਰ ਬ੍ਰਿਜਸ ਦੇ ਵਾਸਤੇ, ਵਿਕਾਸ ਦੀਆਂ ਸਹੂਲਤਾਂ ਵਾਸਤੇ, ਲੋਕਾਂ ਨੂੰ ਹੋਰ ਸਹੂਲਤਾਂ ਦੇਣ ਵਾਸਤੇ ਲਗਾਇਆ ਜਾ ਸਕਦਾ ਹੈ। ਪੈਸਾ ਲੋਕਾਂ ਦਾ, ਕਰੋੜਾਂ ਰੁਪਏ ਦਾ ਕਰਜ਼ ਅਤੇ ਕਰਜ਼ ਦਾ ਵੀ ਸਿਰਫ ਵਿਆਜ ਮੋੜਨ ਦੇ ਵਿੱਚ ਖਰਚ ਕਰ ਦਿੱਤਾ ਜਾਂਦਾ ਹੈ। ਔਰ ਇੱਕ ਪਾਸੇ ਉਹ ਕਹਿੰਦੇ ਨੇ ਕਿ ਜੇ ਅਸੀਂ ਐਲਾਨ ਕਰਦੇ ਹਾਂ, ਕਹਿੰਦੇ ਨੇ ਕਿ ਇਹ ਪੈਸਾ ਕਿੱਥੋਂ ਆਊਗਾ, ਪਰ ਨਾਲ ਅਸੀਂ ਕਹਿੰਦੇ ਦੱਸਦੇ ਵੀ ਹਾਂ ਕਿ ਭਾਈ ਆਹ ਅਸੀਂ ਖੱਡ ਬੰਦ ਕਰ ਦੇਣੀ ਆ, ਆਹ ਝੋਰ ਮੋਰੀ ਬੰਦ ਕਰ ਦੇਣੀ ਆ। ਕਹਿੰਦੇ ਨਵਜੋਤ ਸਿੰਘ ਸਿੱਧੂ ਸਾਹਿਬ ਕਹਿੰਦੇ ਸੀ 1000 ਰੁਪਇਆ ਔਰਤਾਂ ਨੂੰ, ਮਹਿਲਾਵਾਂ ਨੂੰ ਕਿਵੇਂ ਦੇਣਗੇ, ਪਰ ਆਪ ਕਹਿੰਦੇ ਕੱਲ ਕਹਿੰਦੇ 2-2000 ਦੇ ਦੇਵਾਂਗੇ, ਸਾਲ ਦੇ 8-8 ਸਿਲੰਡਰ ਵੀ ਦੇ ਦੇਵਾਂਗੇ ਤੇ ਹੋਰ ਵੀ ਬੜੇ ਐਲਾਨ ਕਰ ਦਿੱਤੇ ਆ। ਕਹਿੰਦੇ ਇਹਦਾ ਮਤਲਬ ਨਵਜੋਤ ਸਿੰਘ ਸਿੱਧੂ ਨੇ ਹੁਣ ਜਦੋਂ ਮੁਲਾਂਕਣ ਕਰਕੇ ਦੇਖਿਆ ਕਿ ਆਮ ਆਦਮੀ ਪਾਰਟੀ ਵਾਲੇ ਭਾਈ ਦੇ ਸਕਦੇ ਆ ਤੇ ਆਪ ਕਹਿੰਦੇ ਸਾਡੇ ਤੋਂ ਦੁੱਗਣੀ ਛਾਲ ਮਾਰ ਦਿੱਤੀ। ਉਹ ਕਹਿੰਦੇ ਸਮਝ ਨਹੀਂ ਆਉਂਦੀ ਕਿ ਜਿਹੜਾ ਐਲਾਨ ਜਾਂ ਜਿਹੜਾ ਬਿਆਨ ਅਸੀਂ ਦਿੰਦੇ ਹਾਂ, ਅੱਗੇ ਤਾਂ ਚਰਨਜੀਤ ਸਿੰਘ ਚੰਨੀ ਹੋਰੀ ਉਹਦੇ ਤੋਂ ਕੁਝ ਦਿਨ ਬਾਅਦ ਉਸੇ ਤਰ੍ਹਾਂ ਦਾ ਐਲਾਨ ਕਰਦੇ ਸੀ, ਹੁਣ ਕਦੇ ਨਵਜੋਤ ਸਿੰਘ ਸਿੱਧੂ ਵੀ ਉਹੀ ਕੰਮ ਕਰਨ ਲੱਗ ਪਏ। ਫਿਰ ਉਹਨਾਂ ਨੇ ਲਿਖਿਆ ਕਿ ਸਾਈਕਲ ਦਾ ਸਟੈਂਡ ਹੁੰਦਾ ਹੈ,
ਪਰ ਸਿੱਧੂ ਦਾ ਕੋਈ ਸਟੈਂਡ ਨਹੀਂ। ਅਗਲੀ ਖਬਰ, ਵਿਰੋਧੀਆਂ ਨੇ ਤਾਂ ਹੁਣ ਇਹਨਾਂ ਦਾ ਕੀ ਖੰਭ ਝਾੜ ਰਹੇ ਨੇ। ਕਾਂਗਰਸ ਪਾਰਟੀ ਵਾਲੇ ਆਪਣੇ ਖੰਭ ਆਪ ਕੁਤਰਨ ਲੱਗ ਪਏ ਆ। ਆਪਣੀ ਸਰਕਾਰ ਦੇ ਖਿਲਾਫ ਆਪ ਮੋਰਚਾ ਖੁੱਲ ਰਿਹਾ। ਕੋਈ ਸਿੱਧੂ ਦੇ ਖਿਲਾਫ ਬੋਲੀ ਜਾ ਰਿਹਾ, ਕੋਈ ਚੰਨੀ ਦੇ ਖਿਲਾਫ ਬੋਲੀ ਜਾ ਰਿਹਾ, ਕੋਈ ਕਿਸੇ ਦੇ ਹੋਰ ਖਿਲਾਫ ਬੋਲੀ ਜਾ ਰਿਹਾ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਛੱਡ ਕੇ ਗਏ ਨੇ, ਡੈਂਟ ਜ਼ਰੂਰ ਪੈਣਾ। ਕਿਸੇ ਨਾ ਕਿਸੇ ਕਾਰਨ, ਕਿਸੇ ਨਾ ਕਿਸੇ ਮੁੱਦੇ ਤੇ ਆਪਣਿਆਂ ਨੂੰ ਘੇਰੀ ਜਾ ਰਹੇ ਨੇ। ਪਾਰਟੀ ਨੂੰ ਵਿਰੋਧੀਆਂ ਨਾਲ ਵੀ ਤੇ ਪਾਰਟੀ ਨੂੰ ਆਪਣਿਆਂ ਦੇ ਨਾਲ ਵੀ ਇਸ ਵਕਤ ਜੂਝਣਾ ਪੈ ਰਿਹਾ ਹੈ। ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਿੱਥੇ ਕਿਸੇ ਨਾ ਕਿਸੇ ਬਹਾਨੇ ਚੰਨੀ ਸਰਕਾਰ ਨੂੰ ਘੇਰਦੇ ਆ, ਉੱਥੇ ਹੁਣ ਸ਼ਮਸ਼ੇਰ ਸਿੰਘ ਦੂਲੋ ਨੇ ਵੀ ਆਪਣੀ ਹੀ ਕਾਂਗਰਸ ਸਰਕਾਰ ਦੇ ਖਿਲਾਫ, ਚੰਨੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਦੂਲੋ ਨੇ ਚੰਨੀ ਸਰਕਾਰ ਦੀ ਘੇਰਾਬੰਦੀ ਕੀਤੀ ਹੈ। ਉੱਥੇ ਹੀ ਕਾਂਗਰਸ ਸਰਕਾਰ ਤੇ ਵੀ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਣ ਦੇ ਨਾਲ ਸਵਾਲ ਵੀ ਖੜੇ ਕੀਤੇ ਹੈ। ਸਵਾਲ ਉਹਨਾਂ ਨੇ ਕਾਫੀ ਕੀਤੇ ਹੈ। ਸਭ ਤੋਂ ਪਹਿਲਾਂ ਉਹਨੇ ਐਸਸੀ ਸਕਾਲਰਸ਼ਿਪ ਜਿਹੜਾ ਘਪਲਾ ਹੋਇਆ ਸੀ ਉਹਦੇ ਤੇ ਚੰਨੀ ਸਰਕਾਰ ਘੇਰੀ। ਤੁਹਾਨੂੰ ਯਾਦ ਹੋਣਾ ਕਿ ਕਿਸੇ ਵਕਤ ਇਹ ਕੈਬਨਿਟ ਮੰਤਰੀ ਵੀ ਰਹੇ ਆ ਪੰਜਾਬ ਦੇ, ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ ਆ, ਤੇ ਹੁਣ ਰਾਜ ਸਭਾ ਦੇ ਮੈਂਬਰ ਨੇ ਸ਼ਮਸ਼ੇਰ ਸਿੰਘ ਦੂਲੋ, ਖੰਨਾ ਨਾਲ ਸੰਬੰਧਿਤ ਨੇ। ਪੰਜਾਬ ਕਾਂਗਰਸ ਦੀ ਚੰਨੀ ਸਰਕਾਰ ਦੇ ਖਿਲਾਫ ਮੋਰਚਾ ਜਦੋਂ ਖੋਲ੍ਹਿਆ, ਉਹ ਕਹਿੰਦੇ ਜੇਕਰ ਸਰਕਾਰ ਬਿਕਰਮ ਸਿੰਘ ਮਜੀਠੀਆ ਦੇ ਵਿਰੁੱਧ ਮਾਮਲਾ ਦਰਜ ਕਰ ਸਕਦੀ ਹੈ ਅਤੇ ਨਸ਼ੇ ਦੇ ਸੌਦਾਗਰਾਂ ਦੇ ਵਿਰੁੱਧ ਮਾਮਲਾ ਦਰਜ ਕਰ ਰਹੀ ਹੈ, ਤਾਂ ਫਿਰ ਡਿਸਟਿਲਰੀ ਅਤੇ ਐਸਸੀ ਸਕਾਲਰਸ਼ਿਪ ਘਪਲੇ ਦੇ ਵਿੱਚ ਮਾਮਲਾ ਦਰਜ ਕਿਉਂ ਨਹੀਂ ਕਰਦੀ? ਉਹ ਸਾਡੇ ਆਪਣਿਆਂ ਨੇ ਕੀਤਾ ਤਾਂ ਨਹੀਂ ਕਰਦੀ। ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਦਲਿਤ ਨਾਗਰਿਕਾਂ ਦੇ ਵਿੱਚ ਨਿਰਾਸ਼ਾ ਹੈ ਕਿ ਸਾਡੇ ਲੋਕਾਂ ਨੂੰ ਮੌਕਾ ਮਿਲਿਆ, ਪਰ ਇਹਦੇ ਬਾਵਜੂਦ ਐਸਸੀ ਸਕਾਲਰਸ਼ਿਪ ਘਪਲੇ ਦੇ ਮਾਮਲੇ ਦੇ ਵਿੱਚ ਕਾਰਵਾਈ ਨਹੀਂ ਕੀਤੀ ਕੋਈ। ਉਹਨਾਂ ਨੇ ਮੁੱਖ ਮੰਤਰੀ ਚੰਨੀ ਅਤੇ ਉਹਨਾਂ ਦੀ ਸਰਕਾਰ ਤੇ ਤਿੱਖੇ ਹਮਲੇ ਕੀਤੇ ਤੇ ਕਿਹਾ ਕਿ ਜੇਕਰ 3 ਮਹੀਨਿਆਂ ਦੇ ਵਿੱਚ ਚੰਨੀ ਸਰਕਾਰ ਦੇ ਸਮੇਂ ਦੌਰਾਨ ਮਸਲੇ ਹੱਲ ਹੋ ਜਾਂਦੇ ਤਾਂ ਮੈਂ ਬੋਲਦਾ ਹੀ ਕਿਉਂ। ਉਹ ਕਹਿੰਦੇ ਨਵਜੋਤ ਸਿੰਘ ਸਿੱਧੂ ਅੱਜ ਜੇਕਰ ਮੁੱਦਿਆਂ ਦੀ ਗੱਲ ਕਰ ਰਿਹਾ, ਉਹਦੀ ਸੁਣੀ ਹੋਈ ਨਹੀਂ ਜਾਂਦੀ, ਉਹਨਾਂ ਦੀ ਕਿਤੇ ਚੱਲਦੀ ਹੋਈ ਨਹੀਂ। ਉਹ ਕਹਿੰਦੇ ਜੇ ਮਾਫੀਆ ਨੂੰ ਇਹ ਟਿਕਟਾਂ ਦੇਣੀਆਂ ਨੇ ਤਾਂ ਮੈਂ ਚੋਣ ਨਹੀਂ ਲੜਦਾ। ਪਹਿਲੀ ਗੱਲ ਤਾਂ ਹਲੇ ਤੱਕ ਦੂਲੋ ਸਾਹਿਬ, ਮੈਂ ਇਸ ਗੱਲ ਤੇ ਟਿੱਪਣੀ ਕਰਦਾ, ਤੁਹਾਨੂੰ ਟਿਕਟ ਦਿੱਤੀ ਕਿਸੇ ਨੇ ਨਹੀਂ, ਤੁਸੀਂ ਮੰਗਣੀ ਹੈ। ਕਿਉਂਕਿ ਪਿਛਲੀ ਵਾਰੀ ਤੁਹਾਡੀ ਘਰਵਾਲੀ ਨੇ ਆਮ ਆਦਮੀ ਪਾਰਟੀ ਤੋਂ ਚੋਣ ਲੜੀ ਸੀ, ਤੁਹਾਨੂੰ ਯਾਦ ਹੋਣਾ, ਤੁਸੀਂ ਤਾਂ ਖੈਰ ਭੁੱਲੇ ਨਹੀਂ ਹੋਣੇ। ਪਰ ਜਿਹੜੀਆਂ ਦੂਲੋ ਸਾਹਿਬ ਗੱਲਾਂ ਕਰਦੇ, ਮਾਫੀਆ, ਭ੍ਰਿਸ਼ਟਾਚਾਰੀ, ਘਪਲੇਬਾਜ਼ੀ, ਦੂਲੋ ਸਾਹਿਬ ਦੇ ਕੱਚੇ ਚਿੱਠੇ ਵੀ ਬਹੁਤ ਨੇ। ਜਦੋਂ ਦੂਲੋ ਸਾਹਿਬ ਬੇਅੰਤ ਸਿੰਘ ਕੈਬਨਿਟ ਵਿੱਚ ਹੁੰਦੇ ਸੀ, ਵਜ਼ੀਰ ਰਹੇ ਹੈ, ਬੜੇ ਬੁੱਲੇ ਲੁੱਟੇ ਨੇ, ਬਹੁਤ ਕਮਾਲਾਂ ਕੀਤੀਆਂ ਨੇ। ਖੰਨੇ ਦੇ ਨੇੜੇ ਪੈਂਦਾ ਪਿੰਡ ਨਸਰਾਲੀ, ਉਹਨਾਂ ਨੂੰ ਜਾ ਕੇ ਪੁੱਛ ਲਿਓ, ਖੰਨੇ ਦੇ ਆਲੇ ਦੁਆਲੇ ਪੁੱਛ ਲਿਓ। ਘੱਟ ਤੁਸੀਂ ਵੀ ਦੂਲੋ ਸਾਹਿਬ ਨਹੀਂ ਕੀਤਾ। ਚਲੋ ਖੈਰ, ਹੋ ਸਕਦਾ ਕਿ ਮੱਛੀ ਪੱਥਰ ਚੱਟ ਕੇ ਮੁੜਿਆ ਹੀ ਹੋਵੇ। ਜਿੱਥੇ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਦੇ ਵਿਰੁੱਧ ਮੋਰਚਾ ਖੋਲ੍ਹਿਆ ਤੇ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਦੀਆਂ ਤਾਰੀਫਾਂ ਵੀ ਕੀਤੀਆਂ। ਬੀਤੇ ਦਿਨੀ ਮੈਂ ਤੁਹਾਡੇ ਨਾਲ ਖਬਰ ਵੀ ਸਾਂਝੀ ਕੀਤੀ ਸੀ ਕਿ ਉਚੇਚੇ ਤੌਰ ਤੇ ਨਵਜੋਤ ਸਿੰਘ ਸਿੱਧੂ ਸ਼ਮਸ਼ੇਰ ਸਿੰਘ ਦੂਲੋ ਸਾਹਿਬ ਨੂੰ ਇੱਕ ਵਿਆਹ ਦੇ ਵਿੱਚੋਂ ਸੱਦਦੇ ਆ। ਕੌੜੀ ਦੇ ਪਿੰਡ ਵਿੱਚ ਇਹਨਾਂ ਦਾ ਪਲਾਂਟ ਲਾਇਆ ਹੋ, ਉੱਥੇ ਦੋਵੇਂ ਮੀਟਿੰਗ ਕਰਦੇ ਆ। 20 ਮਿੰਟ ਗੱਲਬਾਤ ਚੱਲੀ ਸੀ, ਸ਼ਾਇਦ ਉੱਥੇ ਚਾਬੀ ਭਰ ਕੇ ਆਏ ਹੋਣਗੇ। ਹੁਣ ਜੋ ਕੁਝ ਕਿਹਾ ਸੀ ਦੂਲੋ ਸਾਹਿਬ ਬੋਲਣ ਲੱਗ ਪਏ। ਸਿੱਧੂ ਜੀ ਤਾਂ ਉਹਨਾਂ ਤਾਰੀਫ ਕੀਤੀ। ਉਹ ਕਹਿੰਦੇ ਸਿੱਧੂ ਮਾਫੀਆ ਦੇ ਵਿਰੁੱਧ ਤੇ ਸਾਫ਼ ਬੋਲਦਾ, ਸੱਚ ਬੋਲਦਾ। ਸਵਾਲ ਕੀਤਾ ਉਹਨਾਂ ਨੇ ਕਿ ਸਿੱਧੂ ਕਾਂਗਰਸ ਦਾ ਪ੍ਰਧਾਨ ਹੈ, ਕਾਂਗਰਸ ਦੀ ਸਰਕਾਰ ਹੈ, ਫਿਰ ਕਿਉਂ ਸਿੱਧੂ ਨੂੰ ਅਲੱਗ ਕੀਤਾ ਜਾ ਰਿਹਾ? ਉਹ ਕਹਿੰਦੇ ਜੇਕਰ ਕਾਂਗਰਸ ਨੇ ਮਾਫੀਆ ਨੂੰ ਟਿਕਟਾਂ ਦੇਣੀਆਂ ਨੇ, ਫਿਰ ਮੈਂ ਨਹੀਂ ਚੋਣ ਲੜਦਾ। ਉਹ ਕਹਿੰਦੇ ਮੈਂ ਤਸਕਰਾਂ ਦੇ ਵਿਰੁੱਧ ਚੋਣਾਂ 'ਚ ਬੋਲਦਾ ਰਹੂੰਗਾ ਕਿ ਕੌਣ ਕੌਣ ਤਸਕਰ ਹੈ। ਦੂਲੋ ਸਾਹਿਬ, ਤੁਹਾਨੂੰ ਪਤਾ ਹੈ, ਕਰੋ ਗੱਲ, ਖੁੱਲ੍ਹ ਕੇ ਕਰੋ, ਤਾਂ ਕਿ ਚੋਣਾਂ ਤੋਂ ਪਹਿਲਾਂ ਜੇ ਚਿੜੀਆਂ ਖੇਤ ਚੌਕੀਆਂ, ਗਲਤ ਬੰਦੇ ਨੂੰ ਲੋਕਾਂ ਨੇ ਵੋਟ ਪਾ ਦਿੱਤੀ, ਫਿਰ ਤੁਹਾਡੇ ਬੋਲਣ ਦਾ ਫਰਕ ਕੀ ਹੋਇਆ? ਉਹ ਕਹਿੰਦੇ ਕਾਂਗਰਸ ਪਾਰਟੀ ਦੇ ਅੰਦਰੋਂ ਮਾਫੀਆ ਨੂੰ ਸਾਫ਼ ਕੀਤਾ ਜਾਣਾ ਚਾਹੀਦਾ ਅਤੇ ਟਿਕਟਾਂ ਸਾਫ਼ ਬੰਦਿਆਂ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਇੱਥੇ ਹੀ ਨਹੀਂ ਕਿ ਚੰਨੀ ਸਰਕਾਰ ਤੇ ਸਵਾਲ ਚੁੱਕਿਆ, ਹਾਈ ਕਮਾਂਡ ਤੇ ਹੀ ਵਰਿਆ। ਉਹ ਕਹਿੰਦੇ ਪਾਰਟੀ ਹਾਈ ਕਮਾਂਡ ਦੇ ਵੱਲੋਂ ਪੰਜਾਬ ਚੋਣਾਂ ਦੇ ਵਾਸਤੇ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਣ ਤੇ ਮੈਨੂੰ ਕਹਿੰਦੇ ਇਤਰਾਜ਼ ਹੈ। ਉਹ ਕਹਿੰਦੇ ਮੁੱਖ ਮੰਤਰੀ ਦਾ ਚਿਹਰਾ ਪਹਿਲਾਂ ਵੀ ਐਲਾਨਿਆ ਸੀ ਤੇ ਹੁਣ ਵੀ ਐਲਾਨਿਆ ਜਾਵੇ, ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਹ ਵੋਟ ਕਿਹਨੂੰ ਪਾਉਣ ਜਾਂ ਕਿਹਦੀ ਸਰਕਾਰ ਚੁਣਨ ਜਾ ਰਹੇ ਨੇ। ਇਹ ਕਹਿੰਦੇ ਪਾਰਟੀ ਨੂੰ ਤੈਅ ਕਰਨਾ ਚਾਹੀਦਾ ਹੈ ਕਿ ਕਿਹੜਾ ਵਿਅਕਤੀ ਸਾਡਾ ਇੰਜਣ ਹੋਊ, ਕਿਹੜਾ ਬਰਾਤ ਦਾ ਲਾੜਾ ਹੋਏਗਾ। ਹੁਣ ਆਹੀ ਗੱਲਾਂ ਤਕਰੀਬਨ ਤੁਸੀਂ ਦੇਖੋ ਕਿ ਜਿਹੜੀਆਂ ਸ਼ਮਸ਼ੇਰ ਸਿੰਘ ਦੂਲੋ ਜੀ ਨੇ ਆਖੀਆਂ ਨੇ, ਅਕਸਰ ਤੁਸੀਂ ਇਹੀ ਗੱਲਾਂ ਨਵਜੋਤ ਸਿੰਘ ਸਿੱਧੂ ਦੇ ਮੂੰਹੋਂ ਸੁਣਦੇ ਹੋ। ਲੱਗਦਾ ਹੈ ਕਿ ਜਿਹੜਾ ਬੀਤੇ ਦਿਨੀ ਕੌੜੀ ਪਿੰਡ ਦੇ ਵਿੱਚ 20 ਮਿੰਟ ਦੀ ਮੁਲਾਕਾਤ ਹੋਈ ਹੈ, ਜਦੋਂ ਮੁਲਾਕਾਤ ਕਰਕੇ ਬਾਹਰ ਨਿਕਲੇ ਸੀ, ਦੂਲੋ ਸਾਹਿਬ ਦੇ ਪੈਰੀ ਹੱਥ ਲਾ ਕੇ ਗੱਡੀ ਵਿੱਚ ਬੈਠ ਕੇ ਸਿੱਧੂ ਸਾਹਿਬ ਆਓ ਗਏ ਸੀ,
ਲੱਗਦਾ ਕਿ ਸ਼ਾਇਦ ਉਹਨਾਂ ਨੂੰ ਕਹਿ ਕੇ ਆਏ ਹੋਣਗੇ ਕਿ ਟਿਕਟ ਤੁਹਾਡੀ ਪੱਕੀ ਸਮਝੋ, ਪਰ ਇੰਜ ਕਰੋ ਮੋਰਚਾ ਖੋਲ ਦਿਓ, ਕਿਉਂਕਿ ਇਸ ਵਕਤ ਚਰਨਜੀਤ ਸਿੰਘ ਚੰਨੀ ਐਸੀ ਭਾਈਚਾਰੇ ਨਾਲ ਸੰਬੰਧਿਤ ਨੇ। ਉਹਨਾਂ ਦੇ ਉੱਤੇ ਇਸ ਕਰਕੇ ਹੋ ਸਕਦਾ ਹੈ ਕਿ ਕਾਂਗਰਸ ਪਾਰਟੀ ਦੁਬਾਰਾ ਦਾ ਖੇਡੇ, ਕਿਉਂਕਿ 32-33% ਵੋਟ ਬੈਂਕ ਹੈ। ਪਰ ਇਧਰ ਐਸੀ ਦੇ ਖਿਲਾਫ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸੰਬੰਧਿਤ ਨੇ ਚਰਨਜੀਤ ਸਿੰਘ ਚੰਨੀ ਜੀ। ਦੁੱਲੋ ਸਾਹਿਬ ਨੂੰ ਬਰਾਬਰ ਉਸੇ ਭਾਈਚਾਰੇ ਵਿੱਚੋਂ ਖੜਾ ਕਰ ਦਿਓ ਤਾਂ ਕਿ ਹਾਈ ਕਮਾਂਡ ਤੱਕ ਸੁਨੇਹਾ ਜਾਵੇ ਕਿ ਜਿਹੜਾ ਤੁਸੀਂ ਸੋਚਦੇ ਹੋ ਕਿ ਐਸੀ ਭਾਈਚਾਰਾ ਸਾਰਾ ਚਰਨਜੀਤ ਸਿੰਘ ਚੰਨੀ ਨਾਲ ਹੈ, ਨਹੀਂ। ਇੱਧਰ ਦੁੱਲੋ ਸਾਹਿਬ ਵਰਗੇ ਜਿਹੜੇ ਸਾਡੇ ਖੁਦ ਦੇ ਰਾਜ ਸਭਾ ਮੈਂਬਰ ਨੇ, ਜੇ ਉਹ ਵੀ ਨਾਲ ਨਹੀਂ ਤਾਂ ਬਾਕੀ ਭਾਈਚਾਰਾ ਵੀ ਨਾਲ ਨਹੀਂ ਹੋਏਗਾ, ਕਿਉਂਕਿ ਸੱਚਮੁੱਚ ਰਾਜਨੀਤਿਕ ਲੋਕ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਆਪਣਾ ਉੱਲੂ ਸਿੱਧਾ ਕਰਨ ਦੇ ਵਾਸਤੇ, ਕੁਝ ਵੀ ਕਹਿ ਸਕਦੇ ਆ ਤੇ ਕਿਸੇ ਵੀ ਸਟੈਂਡ ਤੋਂ ਪਾਸਾ ਪਲਟ ਸਕਦੇ ਆ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।